ਮਣੀਪੁਰ ਵਾਇਲੈਂਸ ਸਾਡੇ ਦੇਸ਼ ਦੇ ਵਿੱਚ ਹੋਣ ਵਾਲੀ ਕੋਈ ਪਹਿਲੀ ਤੇ ਆਖਰੀ ਵਾਇਲੈਂਸ ਨਹੀਂ ਹੈਗੀ। ਜਿਸ ਦੇਸ਼ ਦੇ ਵਿੱਚ ਔਰਤ ਨੂੰ ਦੇਵੀ ਤੇ ਮਾਂ ਨੂੰ ਰੱਬ ਦਾ ਰੁਤਬਾ ਦਿੱਤਾ ਜਾਂਦਾ, ਉਸ ਦੇਸ਼ ਦੇ ਵਿੱਚ ਅਕਸਰ ਸਾਰੀਆਂ ਲੜਾਈਆਂ ਮਰਦਾਂ ਵੱਲੋਂ ਛੇੜੀਆਂ ਜਾਂਦੀਆਂ ਨੇ। ਬਟ ਉਸ ਵਾਇਲੈਂਸ ਦਾ ਸਾਹਮਣਾ ਚਾਹੇ ਉਹ 1947 ਹੋਵੇ, ਚਾਹੇ ਹੋਵੇ 1984, ਚਾਹੇ ਹੁਣ ਗੋਧਰਾ ਦੇ ਰਾਈਟਸ, ਚਾਹੇ ਹੋਵੇ ਮਣੀਪੁਰ ਦੀ ਸੈਕਸੁਅਲ ਵਾਇਲੈਂਸ, ਇਹਦੇ ਵਿੱਚ ਸਭ ਤੋਂ ਵੱਧ ਸਫਰ ਕਰਦੇ ਨੇ ਬੱਚੇ ਤੇ ਔਰਤਾਂ। ਸਤਿ ਸ਼੍ਰੀ ਅਕਾਲ ਜੀ, ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਮਣੀਪੁਰ ਵਾਇਲੈਂਸ ਦੇ ਬਾਰੇ, ਤੇ ਇਹ ਕਦੋਂ ਕਿਵੇਂ ਤੇ ਕਿਉਂ ਸਟਾਰਟ ਹੋਈ ਉਸ ਦੇ ਬਾਰੇ ਡਿਟੇਲ ਜਾਣਕਾਰੀ ਦੇਵਾਂਗੇ। ਸੋ ਅੱਗੇ ਵਧਣ ਤੋਂ ਪਹਿਲਾਂ ਤੁਸੀਂ ਆਪਣੇ ਇਸ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਣੀਪੁਰ ਵਾਇਲੈਂਸ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਭ ਤੋਂ ਪਹਿਲਾਂ ਜਾਣਨਾ ਇਹ ਜ਼ਰੂਰੀ ਹੈ ਕਿ ਮਣੀਪੁਰ ਦੇ ਵਿੱਚ 3 ਕਬੀਲੇ ਨੇ, 3 ਜਾਤਾਂ ਨੇ। ਇੱਕ ਨੇ ਮਤਈ ਜਿਹੜੇ ਮੈਜੋਰਟੀ ਹਿੰਦੂ ਨੇ, ਤੇ ਦੂਜੇ ਨੰਬਰ ਤੇ ਆਉਂਦੇ ਨੇ ਕੁਕੀ ਤੇ ਨਾਗੇ, ਉਹ ਮੈਜੋਰਟੀ ਕ੍ਰਿਸਚੀਅਨ ਨੇ। ਜਿਹੜੇ ਕੁਕੀ ਤੇ ਨਾਗਾ ਕਬੀਲਿਆਂ ਦੇ ਲੋਕ ਨੇ, ਇਹ ਕਾਫੀ ਲੰਮੇ ਸਮੇਂ ਤੋਂ ਸਰਕਾਰ ਦੇ ਨਾਲ ਲੜਾਈ ਕਰ ਰਹੇ ਨੇ ਆਪਣੇ ਹੱਕਾਂ ਦੇ ਲਈ। ਬਟ ਇਹ ਪਿਛਲੇ ਕਾਫੀ ਸਮੇਂ ਤੋਂ ਸਰਕਾਰ ਦੇ ਨਾਲ ਇੱਕ ਪੀਸ ਡਾਇਲੌਗ ਦੇ ਵਿੱਚ ਨੇ, ਜਿਸ ਕਰਕੇ ਮਣੀਪੁਰ ਦੇ ਵਿੱਚ ਕੁਝ ਸ਼ਾਂਤੀ ਬਣੀ ਹੋਈ ਸੀ। ਮਣੀਪੁਰ ਵਾਇਲੈਂਸ ਦੇ 3 ਮੇਨ ਕਾਰਨ ਨੇ, ਜਦੋਂ ਕਿ ਜਿਹੜਾ ਸਾਡਾ ਟੀਵੀ ਦਾ ਮੀਡੀਆ ਇਹ ਸਿਰਫ 2 ਕਾਰਨ ਦੱਸਦਾ। ਇੱਕ ਤਾਂ ਦੱਸਦਾ ਇਹ ਰੈਜ਼ਰਵੇਸ਼ਨ, ਤੇ ਦੂਜਾ ਦੱਸਦਾ ਇਹ ਸੰਸਾਧਨਾਂ ਦੇ ਉੱਤੇ ਕਬਜ਼ਾ। ਬਟ ਤੀਜਾ ਕਾਰਨ ਜਿਹੜਾ ਹੈਗਾ ਉਹ ਲੁਕਮਾਸ਼ਿਪ, ਮੈਂ ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ, ਉਹ ਹੈਗਾ ਧਰਮ। ਜਿਵੇਂ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਮਤਈ ਕਬੀਲੇ ਦੇ ਲੋਕ ਨੇ ਉਹ ਹਿੰਦੂ ਨੇ ਤੇ ਬਾਕੀ ਸਾਰੇ ਕ੍ਰਿਸਚਨ ਨੇ। ਤੇ ਪਿਛਲੇ ਕਾਫੀ ਸਮੇਂ ਤੋਂ ਹਿੰਦੂਆਂ ਦੀ ਪੋਪੂਲੇਸ਼ਨ ਮਣੀਪੁਰ ਦੇ ਵਿੱਚ ਘਟਦੀ ਜਾਂਦੀ ਹੈ ਤੇ ਕ੍ਰਿਸਚਨ ਲੋਕਾਂ ਦੀ ਪੋਪੂਲੇਸ਼ਨ ਮਣੀਪੁਰ ਦੇ ਵਿੱਚ ਬਹੁਤ ਜ਼ਿਆਦਾ ਵੱਧਦੀ ਜਾਂਦੀ ਹੈ। ਤੇ ਜਿਹੜੇ ਮਤਈ ਕਬੀਲੇ ਦੇ ਲੋਕ ਨੇ ਉਹ ਪੋਪੂਲੇਸ਼ਨ ਦਾ 53% ਹੋਣ ਦੇ ਬਾਵਜੂਦ ਇੰਫਾਲ ਵੈਲੀ ਦੇ ਵਿੱਚ ਰਹਿੰਦੇ ਨੇ, ਜਿਹੜੇ ਕੁੱਲ ਮਣੀਪੁਰ ਦਾ 10% ਬਣਦੀ ਹੈ। ਤੇ ਬਾਕੀ ਦੇ ਜਿਹੜੇ ਕਬੀਲੇ ਨੇ ਨਾਗਾ, ਕੁਕੀ ਤੇ ਇਹਨਾਂ ਤੋਂ ਬਿਨਾਂ ਹੋਰ 32-33 ਕਬੀਲੇ ਨੇ ਜਿਹੜੇ ਪਹਾੜਾਂ ਦੇ ਵਿੱਚ ਰਹਿੰਦੇ ਨੇ, ਤੇ ਉਹ ਕੁੱਲ ਮਣੀਪੁਰ ਦੇ 90% ਹਿੱਸੇ ਦੇ ਉੱਤੇ ਕਾਬਜ ਨੇ ਤੇ ਇੰਫਾਲ ਵੈਲੀ ਦੇ ਆਲੇ ਦੁਆਲੇ ਦੀਆਂ ਪਹਾੜੀਆਂ ਦੇ ਉੱਤੇ ਰਹਿੰਦੇ ਨੇ। ਤੇ ਜਿਹੜੇ ਮਤਈ ਕਬੀਲੇ ਦੇ ਲੋਕ ਨੇ ਉਹ ਮਣੀਪੁਰ ਦੇ ਇੰਡੀਜਨਸ ਲੋਕ ਨੇ। ਕਹਿਣ ਦਾ ਭਾਵ ਕਿ ਇਹ ਲੋਕ ਸਦਾ ਤੋਂ ਹੀ ਇੱਥੇ ਰਹਿੰਦੇ ਸੀ। ਜਦੋਂ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਇੱਥੇ ਰਾਜਿਆਂ ਦਾ ਰਾਜ ਹੁੰਦਾ ਸੀ। ਜਦੋਂ ਅੰਗਰੇਜ਼ਾਂ ਨੇ ਬਰਮਾ ਦੀ ਲੜਾਈ ਜਿੱਤੀ, ਉਸ ਸਮੇਂ ਇਹਨਾਂ ਪਹਾੜੀਆਂ ਦੇ ਵਿੱਚ ਕਿਸੇ ਹੋਰ ਕਬੀਲੇ ਦੇ ਲੋਕ ਰਹਿੰਦੇ ਹੁੰਦੇ ਸੀ, ਜਿਹੜੇ ਮਤਈ ਕਬੀਲੇ ਦੇ ਲੋਕਾਂ ਨੂੰ ਪਰੇਸ਼ਾਨ ਕਰਦੇ ਸੀ। ਤੇ ਅੰਗਰੇਜ਼ਾਂ ਦੇ ਨਾਲ ਸੰਧੀ ਦੇ ਵਿੱਚ ਆਉਣ ਤੋਂ ਬਾਅਦ ਮਣੀਪੁਰ ਦੇ ਲੋਕਾਂ ਨੂੰ ਬਚਾਉਣ ਦੇ ਲਈ ਕੁਕੀ ਲੋਕਾਂ ਨੂੰ ਨਾਲ ਦੇ ਦੇਸ਼ ਮਿਆਂਮਾਰ ਉੱਥੋਂ ਲਿਆ ਕੇ ਇਹਨਾਂ ਪਹਾੜੀਆਂ ਦੇ ਵਿੱਚ ਵਸਾਇਆ ਗਿਆ। ਤੇ ਮਕਸਦ ਇਹ ਸੀ ਕਿ ਮਤਈ ਲੋਕਾਂ ਦੀ ਪ੍ਰੋਟੈਕਸ਼ਨ ਕੀਤੀ ਜਾ ਸਕੇ। ਸੋ ਕਾਫੀ ਲੰਮਾ ਸਮਾਂ ਕੁਕੀ ਤੇ ਮਤਈ ਲੋਕਾਂ ਦੇ ਸੰਬੰਧ ਬਹੁਤ ਜ਼ਿਆਦਾ ਵਧੀਆ ਰਹੇ। ਬਟ ਜਦੋਂ 1960 ਦੇ ਵਿੱਚ ਮਣੀਪੁਰ ਲੈਂਡ ਰਿਫਾਰਮ ਤੇ ਮਣੀਪੁਰ ਲੈਂਡ ਰੈਵਨਿਊ ਐਕਟ ਆਇਆ, ਉਸ ਸਮੇਂ ਉਸ ਐਕਟ ਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੀਆਂ ਟਰਾਈਬਲ ਜ਼ਮੀਨਾਂ ਕੁਕੀ ਲੋਕਾਂ ਦੇ ਕੋਲੇ ਨੇ, ਉਹ ਨੌਨ ਟਰਾਈਬਲ ਲੋਕ ਮੀਨਸ ਮਤਈ ਲੋਕ ਖਰੀਦ ਨਹੀਂ ਸਕਦੇ। ਜਿਸ ਕਰਕੇ ਮਣੀਪੁਰ ਦੇ ਮਤਈ ਲੋਕ ਆਪਣੇ ਆਪ ਨੂੰ ਇੰਫਾਲ ਵੈਲੀ ਦੇ ਵਿੱਚ ਫਸਿਆ ਹੋਇਆ ਮਹਿਸੂਸ ਕਰਨ ਲੱਗੇ। ਮਤਲਬ ਇਹ ਕਿ ਮਤਈ ਲੋਕ ਆਪਣੀ ਵੈਲੀ ਦੇ ਵਿੱਚੋਂ ਨਿਕਲ ਕੇ ਪਹਾੜਾਂ ਦੇ ਵਿੱਚ ਜਾ ਕੇ ਜ਼ਮੀਨਾਂ ਲੈ ਕੇ ਉੱਥੇ ਨਿਵਾਸ ਨਹੀਂ ਕਰ ਸਕਦੇ। ਜਿਹੜੇ ਮਤਈ ਕਬੀਲੇ ਦੇ ਲੋਕ ਨੇ ਉਹ ਮਣੀਪੁਰ ਦੇ ਪੋਲੀਟੀਕਲ ਲੈਂਡਸਕੇਪ ਨੂੰ ਡੋਮੀਨੇਟ ਕਰਦੇ ਨੇ। ਉਹ ਵੱਡੇ ਵੱਡੇ ਅਫਸਰ ਨੇ, ਉਹ ਵੱਡੇ ਵੱਡੇ ਮੰਤਰੀ ਨੇ। ਤੇ ਮਤਈ ਕਬੀਲੇ ਦੇ ਲੋਕਾਂ ਕੋਲੇ 10% ਜ਼ਮੀਨ ਹੋਣ ਦੇ ਬਾਵਜੂਦ ਉਸ ਦੇ ਵਿੱਚ 40 ਵਿਧਾਨ ਸਭਾ ਸੀਟਾਂ ਆਉਂਦੀਆਂ ਨੇ, ਤੇ ਬਾਕੀ ਦੀਆਂ 20 ਵਿਧਾਨ ਸਭਾ ਸੀਟਾਂ ਨੇ ਉਹ ਪਹਾੜੀ ਇਲਾਕਿਆਂ ਨੂੰ ਵੰਡੀਆਂ ਜਾਂਦੀਆਂ ਨੇ। ਤੇ ਜਿਹੜੇ ਕੁਕੀ ਕਬੀਲੇ ਦੇ ਲੋਕ ਨੇ ਉਹ ਅਕਸਰ ਇਹ ਇਲਜ਼ਾਮ ਲਾਉਂਦੇ ਨੇ ਕਿ ਜਿਹੜੀ ਮਣੀਪੁਰ ਦੀ ਸਰਕਾਰ ਆ ਉਹ ਆਪਣਾ ਸਾਰਾ ਡਿਵੈਲਪਮੈਂਟ ਫੰਡ ਹੈ ਜਿਹੜਾ ਉਹ ਮਤਈ ਇਲਾਕਿਆਂ ਦੇ ਵਿੱਚ ਲਾ ਦਿੰਦੀ ਹੈ, ਜਿਸ ਕਰਕੇ ਪਹਾੜਾਂ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋਈ। ਤੇ ਕੁਕੀ ਲੋਕਾਂ ਨੂੰ ਹਸਪਤਾਲਾਂ ਤੇ ਸਕੂਲਾਂ ਦੇ ਲਈ ਪਹਾੜਾਂ ਦੇ ਵਿੱਚੋਂ ਨਿਕਲ ਕੇ ਮਤਈ ਇਲਾਕੇ ਮੀਨਸ ਵੈਲੀ ਦੇ ਵਿੱਚ ਆਉਣਾ ਪੈਂਦਾ ਹੈ। ਇਹ ਅੱਗ ਉਦੋਂ ਭਖਣੀ ਸ਼ੁਰੂ ਹੋਈ ਜਦੋਂ ਸਾਲ 2012 ਵਿੱਚ ਮਣੀਪੁਰ ਦੀ ਸ਼ਡਿਊਲ ਟਰਾਈਬ ਡਿਮਾਂਡ ਕਮੇਟੀ ਵੱਲੋਂ ਮਤਈ ਲੋਕਾਂ ਦੇ ਲਈ ਸ਼ਡਿਊਲ ਟਰਾਈਬ ਦੇ ਸਟੇਟਸ ਦੀ ਮੰਗ ਕੀਤੀ। ਤੇ ਇਸ ਮੰਗ ਦਾ ਮੇਨ ਕਾਰਨ ਇਹ ਸੀ ਕਿ ਮਤਈ ਲੋਕਾਂ ਨੂੰ ਜਦੋਂ ਟਰਾਈਬਲ ਸਟੇਟਸ ਮਿਲ ਜੂਗਾ ਤਾਂ ਉਹ ਕੁਕੀ ਇਲਾਕਿਆਂ ਦੇ ਵਿੱਚ ਜਾ ਕੇ ਜ਼ਮੀਨਾਂ ਲੈ ਸਕਦੇ ਨੇ ਤੇ ਉੱਥੇ ਨਿਵਾਸ ਕਰ ਸਕਦੇ ਨੇ, ਜਿਹੜਾ ਹੁਣ ਤੱਕ ਸੰਭਵ ਨਹੀਂ ਸੀ ਹੈਗਾ। ਸ਼ਡਿਊਲ ਟਰਾਈਬ ਡਿਮਾਂਡ ਕਮੇਟੀ ਦਾ ਮੰਨਣਾ ਇਹ ਹੈ ਕਿ ਮਣੀਪੁਰ ਦੇ ਇੰਡੀਆ ਦੇ ਨਾਲ ਮਿਲਾਏ ਜਾਣ ਤੋਂ ਪਹਿਲਾਂ, ਜਿਹੜਾ 1949 ਵਿੱਚ ਹੋਇਆ, ਉਸ ਤੋਂ ਪਹਿਲਾਂ ਜਿਹੜਾ ਉਹਨਾਂ ਕਬੀਲਿਆਂ ਦਾ ਸਟੇਟਸ ਸੀ ਉਸ ਨੂੰ ਮੁੜ ਤੋਂ ਬਹਾਲ ਕੀਤਾ ਜਾਣਾ ਚਾਹੀਦਾ ਹੈ। ਪਰ ਜਿਹੜੇ ਕੁਕੀ ਟਰਾਈਬ ਦੇ ਲੋਕ ਨੇ ਉਹ ਇਸ ਨੂੰ ਇੱਕ ਚਾਲ ਦੇ ਤੌਰ ਤੇ ਦੇਖਦੇ ਨੇ ਤਾਂ ਜੋ ਮਤਈ ਕਬੀਲੇ ਦੇ ਲੋਕਾਂ ਨੂੰ ਪਹਾੜਾਂ ਦੇ ਵਿੱਚ ਵਸਾਇਆ ਜਾ ਸਕੇ। ਤੇ ਜੇਕਰ ਇਸ ਨੂੰ ਆਪਾਂ ਰਾਜਨੀਤਿਕ ਐਂਗਲ ਤੋਂ ਦੇਖੀਏ ਤਾਂ ਸਨ 2002 ਤੋਂ ਲੈ ਕੇ 2017 ਤੱਕ ਮਣੀਪੁਰ ਦੇ ਵਿੱਚ ਕਾਂਗਰਸ ਦੀ ਸਰਕਾਰ ਰਹੀ। ਤੇ 2017 ਦੇ ਵਿੱਚ ਕਾਂਗਰਸ ਸਿੰਗਲ ਲਾਰਜੈਸਟ ਪਾਰਟੀ ਹੋਣ ਦੇ ਬਾਵਜੂਦ ਸਰਕਾਰ ਨਹੀਂ ਬਣਾਈ, ਤੇ ਪਹਿਲੀ ਵਾਰ ਬੀਜੇਪੀ ਦੀ ਸਰਕਾਰ ਦੇ ਵਿੱਚ ਐਨ ਬਿਰੇਨ ਸਿੰਘ ਮਣੀਪੁਰ ਦੇ ਚੀਫ ਮਿਨਿਸਟਰ ਬਣਦੇ ਨੇ, ਤੇ ਉਹ ਵੀ ਮਤਈ ਕਬੀਲੇ ਦੇ ਨਾਲ ਸੰਬੰਧਿਤ ਨੇ। ਤੇ ਸੈਕਿੰਡ ਟਾਈਮ ਜਦੋਂ 2022 ਦੀ ਇਲੈਕਸ਼ਨ ਹੋਈ ਤਾਂ ਬੀਜੇਪੀ ਨੂੰ ਇੱਕ ਕਲੀਅਰ ਮੈਜੋਰਿਟੀ ਮਿਲਦੀ ਹੈ ਤੇ ਮਣੀਪੁਰ ਦੇ ਵਿੱਚ ਦੁਬਾਰਾ ਬੀਜੇਪੀ ਦੀ ਸਰਕਾਰ ਬਣਦੀ ਹੈ। ਸਾਡੇ ਦੇਸ਼ ਦੀ ਰਾਜਨੀਤੀ ਦੇ ਵਿੱਚ ਵੱਡੀ ਗਿਣਤੀ ਵਿੱਚ ਅਨਪੜ੍ਹ ਨੇਤਾ ਹੋਣ ਦੇ ਕਾਰਨ ਉਹ ਧਰਮ ਦੀ ਰਾਜਨੀਤੀ ਅਪਣਾਉਂਦੇ ਨੇ, ਮੀਨਸ ਡਿਵਾਈਡ ਐਂਡ ਰੂਲ ਦੀ ਪਾਲਿਸੀ ਖੇਡਦੇ ਨੇ।
ਚਾਹੇ ਉਹ ਹੋਵੇ ਕਾਂਗਰਸ ਦੀ ਸਰਕਾਰ, ਚਾਹੇ ਉਹ ਹੋਵੇ ਬੀਜੇਪੀ ਦੀ ਸਰਕਾਰ। ਜਦੋਂ ਕਾਂਗਰਸ ਜਾਂ ਲੈਫਟਿਸਟ ਪਾਰਟੀਆਂ ਦੇਸ਼ ਦੇ ਵਿੱਚ ਹਕੂਮਤ ਦੇ ਵਿੱਚ ਆਉਂਦੀਆਂ ਨੇ ਤਾਂ ਉਹ ਨਾਨ ਹਿੰਦੂ ਵੋਟਰਸ ਨੂੰ ਖੁਸ਼ ਕਰਦੀਆਂ ਨੇ, ਤੇ ਜਦੋਂ ਰਾਈਟ ਵਿੰਗ ਪਾਰਟੀ ਜਾਂ ਬੀਜੇਪੀ ਵਰਗੀ ਪਾਰਟੀ ਆਉਂਦੀ ਤਾਂ ਉਹ ਹਿੰਦੂ ਵੋਟਰਸ ਨੂੰ ਖੁਸ਼ ਕਰਦੀ ਹੈ। ਤੇ ਇਹੀ ਹੋਇਆ ਮਣੀਪੁਰ ਵਾਇਲੈਂਸ ਦਾ ਮੇਨ ਕਾਰਨ। ਦੇਖੋ ਰਾਜਨੀਤੀ ਕਿਸ ਤਰੀਕੇ ਦੇ ਨਾਲ ਖੇਡੀ ਜਾਂਦੀ ਹੈ। 14 ਅਪ੍ਰੈਲ 2023 ਨੂੰ ਮਤਈ ਟ੍ਰਾਈਬ ਯੂਨੀਅਨ, ਜਿਹੜੀ ਵੈਲੀ ਬੇਸਡ ਮਤਈ ਲੋਕਾਂ ਦੇ ਲਈ ਸ਼ਡਿਊਲ ਟ੍ਰਾਈਬ ਸਟੇਟਸ ਦੀ ਡਿਮਾਂਡ ਕਰ ਰਹੀ ਸੀ, ਉਹਨਾਂ ਨੇ ਮਣੀਪੁਰ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਟੀਸ਼ਨ ਦਾਇਰ ਕੀਤੀ ਤੇ ਉਸ ਰਿਟ ਪਟੀਸ਼ਨ ਦੇ ਉੱਤੇ ਐਕਸ਼ਨ ਲੈਂਦੇ ਹੋਏ ਮਣੀਪੁਰ ਹਾਈ ਕੋਰਟ ਨੇ ਸਟੇਟ ਗਵਰਨਮੈਂਟ ਨੂੰ ਹੁਕਮ ਦਿੱਤੇ ਕਿ ਇਸ ਮਾਮਲੇ ਦੇ ਵਿੱਚ ਰეკਮੈਂਡੇਸ਼ਨਸ ਨੇ ਉਹ ਸੈਂਟਰ ਸਰਕਾਰ ਨੂੰ ਭੇਜੀਆਂ ਜਾਣ। ਇਸ ਰਿਟ ਪਟੀਸ਼ਨ ਦੀ ਜਿਹੜੀ ਟਾਈਮਿੰਗ ਹੈ, ਕੀ ਇਹ ਇੱਕ ਕੋਇਨਸੀਡੈਂਸ ਹੈ ਕਿ ਮਣੀਪੁਰ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ ਤੇ ਸੈਂਟਰ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ, ਤੇ ਮਣੀਪੁਰ ਦੇ ਜਿਹੜੇ ਚੀਫ ਮਿਨਿਸਟਰ ਐਨ ਬੀਰੇਨ ਸਿੰਘ ਨੇ ਉਹ ਵੀ ਮਤਈ ਕਬੀਲੇ ਦੇ ਨਾਲ ਸੰਬੰਧਿਤ ਨੇ, ਮਣੀਪੁਰ ਦੇ ਵੱਡੇ ਵੱਡੇ ਜਿਹੜੇ ਅਫਸਰ ਨੇ ਉਹ ਵੀ ਮਤਈ ਕਬੀਲਿਆਂ ਦੇ ਨਾਲ ਸੰਬੰਧਿਤ ਨੇ। ਸੋ ਇਸ ਰਿਟ ਪਟੀਸ਼ਨ ਦੇ ਵਿਰੋਧ ਦੇ ਵਿੱਚ 3 ਮਈ 2023 ਨੂੰ ਆਲ ਟ੍ਰਾਈਬਲ ਸਟੂਡੈਂਟ ਯੂਨੀਅਨ ਆਪਣੀ ਪ੍ਰੋਟੈਸਟ ਕਰਨ ਆਈ, ਜਿਸ ਦੇ ਨਤੀਜੇ ਵਜੋਂ ਕੁਕੀ ਤੇ ਮਤਈ ਲੋਕਾਂ ਦੇ ਵਿਚਕਾਰ ਇੱਕ ਵਾਇਲੈਂਟ ਸੰਘਰਸ਼ ਸ਼ੁਰੂ ਹੋ ਗਿਆ ਤੇ ਇਸ ਵਾਇਲੈਂਸ ਦੇ ਨਤੀਜੇ ਵਜੋਂ 180 ਤੋਂ ਵੱਧ ਲੋਕ ਮਾਰੇ ਗਏ, 300 ਤੋਂ ਵੱਧ ਜ਼ਖਮੀ ਹੋ ਗਏ ਤੇ 60,000 ਲੋਕ ਬੇਘਰ ਹੋ ਗਏ। ਤੇ ਇਸ ਤੋਂ ਇਲਾਵਾ 17 ਮੰਦਿਰ ਤੇ ਲਗਭਗ 400 ਚਰਚਜ਼ ਨੂੰ ਜਲਾ ਕੇ ਰਾਖ ਕਰ ਦਿੱਤਾ ਗਿਆ। ਜਿਹੜਾ ਸਾਡਾ ਮੀਡੀਆ ਦਿਖਾਉਂਦਾ ਹੈ ਉਹ ਇਹ ਦਿਖਾਉਂਦਾ ਹੈ ਕਿ 3 ਮਈ ਤੋਂ ਬਾਅਦ ਇੱਕੋਦਮ ਵਾਇਲੈਂਸ ਫੈਲ ਗਈ, ਬਟ ਨਹੀਂ। ਕੁਕੀ ਲੋਕਾਂ ਨੇ ਉਸ ਰਿਟ ਪਟੀਸ਼ਨ ਤੋਂ ਬਾਅਦ ਗੁੱਸੇ ਦੇ ਵਿੱਚ ਆ ਕੇ ਇੱਕਾ ਦੁੱਕਾ ਮਤਈ ਲੋਕਾਂ ਦੇ ਘਰ ਜਲਾਉਣੇ ਸ਼ੁਰੂ ਕਰ ਦਿੱਤੇ, ਬਟ ਸਰਕਾਰ ਸੁਸਤ ਹੋਣ ਕਾਰਨ ਉਹ ਅੱਗੇ ਇੰਨੀ ਜ਼ਿਆਦਾ ਫੈਲ ਗਈ ਕਿ ਦੇਖਦੇ ਦੇਖਦੇ ਮਣੀਪੁਰ ਨੂੰ ਸਾਰੇ ਨੂੰ ਆਪਣੀ ਅੱਗ ਦੀ ਚਪੇਟ ਦੇ ਵਿੱਚ ਲੈ ਲਿਆ। ਇਸ ਤੋਂ ਬਾਅਦ ਦੋਵੇਂ ਕਬੀਲਿਆਂ ਦੇ ਲੋਕਾਂ ਨੇ ਪੁਲਿਸ ਸਟੇਸ਼ਨਸ ਨੂੰ ਲੁੱਟਿਆ, ਜਿਸ ਦੇ ਵਿੱਚ 4000 ਬੰਦੂਕਾਂ ਤੇ 6 ਲੱਖ ਤੋਂ ਵੱਧ ਗੋਲੀਆਂ ਨੂੰ ਲੁੱਟਿਆ ਗਿਆ ਤੇ ਪੁਲਿਸ ਦੇ ਉੱਤੇ ਇਲਜ਼ਾਮ ਇਹ ਲੱਗਦੇ ਨੇ ਕਿ ਮਤਈ ਜਿਹੜੇ ਪੁਲਿਸ ਆਫੀਸਰ ਸੀ ਉਹਨਾਂ ਨੇ ਮਤਈ ਲੋਕਾਂ ਦੀ ਮਦਦ ਕੀਤੀ ਤੇ ਜਿਹੜੇ ਕੁਕੀ ਆਫੀਸਰ ਸੀ ਉਹਨਾਂ ਨੇ ਕੁਕੀ ਲੋਕਾਂ ਦੀ ਮਦਦ ਕੀਤੀ। ਤੇ ਕਈ ਕੇਸਸ ਦੇ ਵਿੱਚ ਇਹ ਹੋਇਆ ਕਿ ਜਿਹੜੇ ਲੋਕ ਪੁਲਿਸ ਕੋਲੇ ਹੈਲਪ ਲੈਣ ਗਏ, ਪੁਲਿਸ ਨੇ ਉਹਨਾਂ ਨੂੰ ਉਸ ਮੌਬ ਦੇ ਅੱਗੇ ਸਿੱਟ ਦਿੱਤਾ ਮਰਨ ਦੇ ਲਈ। ਤੇ ਜਦੋਂ ਇਹ ਸਾਰੀ ਕਹਾਣੀ ਸਟੇਟ ਗਵਰਨਮੈਂਟ ਦੇ ਹੱਥੋਂ ਨਿਕਲ ਗਈ ਤਾਂ ਸੈਂਟਰ ਸਰਕਾਰ ਨੇ ਲਗਭਗ 50,000 ਫੌਜੀ ਭੇਜੇ ਤੇ ਜਿਨ੍ਹਾਂ ਦੇ ਵਿੱਚ ਸੀ ਅਸਾਮ ਰਾਈਫਲਸ। ਤੇ ਬਾਅਦ ਦੇ ਵਿੱਚ ਅਸਾਮ ਰਾਈਫਲਸ ਦੇ ਉੱਤੇ ਇਹ ਇਲਜ਼ਾਮ ਲੱਗੇ ਕਿ ਇਹਨਾਂ ਨੇ ਕੁਕੀ ਲੋਕਾਂ ਦੇ ਵਿਰੋਧ ਦੇ ਵਿੱਚ ਕੰਮ ਕੀਤਾ, ਜਿਸ ਕਰਕੇ ਜਿਹੜੇ ਥਾਣੇ ਕੁਕੀ ਲੋਕਾਂ ਦੇ ਕੰਟਰੋਲ 'ਚ ਸੀ ਤੇ ਉੱਥੇ ਕੁਕੀ ਆਫੀਸਰ ਸੀ, ਉਹਨਾਂ ਨੇ ਅਸਾਮ ਰਾਈਫਲ ਦੇ ਉੱਤੇ ਹੀ ਆਪਣੇ ਥਾਣਿਆਂ ਦੇ ਵਿੱਚ ਕੇਸ ਦਰਜ ਕਰ ਲਏ। ਤੇ ਇਸ ਤੋਂ ਬਾਅਦ 19 ਜੁਲਾਈ 2023 ਨੂੰ ਇੱਕ ਦਰਦਨਾਕ ਵੀਡੀਓ ਬਾਹਰ ਆਉਂਦਾ, ਜਿਸ ਦੇ ਵਿੱਚ 2 ਕੁਕੀ ਔਰਤਾਂ, ਜਿਸ ਦੇ ਵਿੱਚ ਇੱਕ ਦੀ ਉਮਰ ਸੀ 20 ਸਾਲ ਤੇ ਇੱਕ ਦੀ ਉਮਰ ਸੀ 40 ਸਾਲ, ਉਹਨਾਂ ਨੂੰ ਨੰਗੇ ਕਰਕੇ ਘੁਮਾਇਆ ਗਿਆ ਤੇ ਉਸ ਤੋਂ ਬਾਅਦ ਜਿਹੜੀ 20 ਸਾਲ ਦੀ ਕੁੜੀ ਸੀ ਉਸ ਦਾ ਗੈਂਗ ਰੇਪ ਵੀ ਕੀਤਾ। ਤੇ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ ਕਿ ਇਸ ਘਟਨਾ ਨੇ ਸਾਰੇ ਦੇਸ਼ ਨੂੰ ਸ਼ਰਮਸ਼ਾਰ ਕਰ ਦਿੱਤਾ ਹੈ। ਬਟ ਕੀ ਇਹ ਇੱਕ ਕੋਇਨਸੀਡੈਂਸ ਹੈ ਕਿ ਇਹ ਜਿਹੜੀ ਕੁਕੀ ਔਰਤਾਂ ਦੀ ਬੇਹੁਰਮਤੀ ਦੀ ਵੀਡੀਓ ਸੀ ਇਹ ਮਈ ਮਹੀਨੇ ਦੀ ਸੀ, ਬਟ ਇਸ ਨੂੰ ਵਾਇਰਲ ਕਰਨ ਦੀ ਡੇਟ ਸੰਸਦ ਦੇ ਸਟਾਰਟ ਹੋਣ ਤੋਂ ਸਿਰਫ ਇੱਕ ਦਿਨ ਪਹਿਲਾਂ ਸੀ, ਜਿਸ ਕਰਕੇ ਨਰਿੰਦਰ ਮੋਦੀ ਦੇ ਖਿਲਾਫ ਦੇਸ਼ ਦੀ ਸੰਸਦ ਦੇ ਵਿੱਚ ਨੋ ਕੌਨਫੀਡੈਂਸ ਮੋਸ਼ਨ ਲਿਆਂਦਾ ਗਿਆ। ਬਟ ਇਹ ਸਿਰਫ ਇੱਕ ਪੋਲਿਟਿਕਸ ਸੀ ਤੇ ਇਸ ਮਾਮਲੇ ਦੇ ਵਿੱਚ ਇੰਡੀਆ ਦੀ ਸੁਪਰੀਮ ਕੋਰਟ ਨੇ ਸੂਮੋਟੋ ਨੋਟਿਸ ਲੈਂਦੇ ਹੋਏ ਸਟੇਟ ਸਰਕਾਰ ਨੂੰ ਝਾੜਦੇ ਹੋਏ ਕਿਹਾ, ਜੇ ਤੁਸੀਂ ਕੋਈ ਐਕਸ਼ਨ ਨਹੀਂ ਲੈਣਾ ਤਾਂ ਅਸੀਂ ਐਕਸ਼ਨ ਲੈ ਲੈਂਦੇ ਹਾਂ। ਤੇ ਜਿਹੜੀਆਂ 6000 FIR ਦਰਜ ਕੀਤੀਆਂ ਨੇ ਉਹਨਾਂ ਦਾ ਸਾਰਾ ਡਾਟਾ ਸੁਪਰੀਮ ਕੋਰਟ ਨੂੰ ਦਿੱਤਾ ਜਾਵੇ, ਜਿਸ ਲਈ ਸੁਪਰੀਮ ਕੋਰਟ ਨੇ ਇੱਕ ਹੋਰ ਕਮੇਟੀ ਬਣਾਈ ਹੈ ਜਿਸ ਦੇ ਵਿੱਚ ਹਾਈ ਕੋਰਟ ਦੇ ਜੱਜਸ ਨੇ। ਤੇ ਇਸ ਤੋਂ ਇਲਾਵਾ ਕਾਫੀ ਕੇਸਸ ਨੇ ਜਿਹੜੇ ਉਹ CBI ਨੂੰ ਆਲਰੇਡੀ ਦੇ ਦਿੱਤੇ ਜਾ ਚੁੱਕੇ ਨੇ। ਹੁਣ ਦੇਖਣ ਸਮਝਣ ਦੇ ਵਿੱਚ ਇੰਜ ਲੱਗਦਾ ਕਿ ਸਾਰੇ ਦਾ ਸਾਰਾ ਕਸੂਰ ਮਤਈ ਕਬੀਲੇ ਦੇ ਲੋਕਾਂ ਦਾ ਹੈ, ਬਟ ਕੁਕੀ ਕਬੀਲੇ ਦੇ ਲੋਕ ਵੀ ਕੋਈ ਬਹੁਤੇ ਬੇਕਸੂਰ ਨਹੀਂ ਹੈਗੇ। ਕੁਕੀ ਕਬੀਲੇ ਦੇ ਲੋਕ ਪਹਾੜਾਂ ਦੇ ਵਿੱਚ ਪੌਪੀ ਦੀ ਫਸਲ, ਜਿਸ ਨੂੰ ਪੰਜਾਬੀ ਦੇ ਵਿੱਚ ਅਫੀਮ ਤੇ ਭੁੱਕੀ ਕਿਹਾ ਜਾਂਦਾ, ਉਸ ਦੀ ਖੇਤੀ ਕਰਕੇ ਵੱਡੇ ਪੱਧਰ ਤੇ ਡਰੱਗ ਟ੍ਰੇਡ ਦੇ ਵਿੱਚ ਇਨਵੋਲਵ ਨੇ, ਜਿਸ ਦੇ ਉੱਤੇ ਸਰਕਾਰ ਨੇ ਸਖਤ ਫੈਸਲਾ ਲੈਂਦੇ ਹੋਏ ਪਹਾੜਾਂ ਨੂੰ ਪੌਪੀ ਮੁਕਤ ਮੀਨਸ ਪਹਾੜਾਂ ਦੇ ਵਿੱਚੋਂ ਪੌਪੀ ਦੀ ਫਸਲ ਨੂੰ ਖਤਮ ਕਰਨ ਦੇ ਲਈ ਇੱਕ ਡਰਾਈਵ ਚਲਾਈ, ਇੱਕ ਮੁਹਿੰਮ ਚਲਾਈ, ਜਿਸ ਦੇ ਨਤੀਜੇ ਵਜੋਂ ਲਗਭਗ 15,000 ਏਕੜ ਤੋਂ ਪੌਪੀ ਦੀ ਫਸਲ ਨੂੰ ਨਸ਼ਟ ਕਰ ਦਿੱਤਾ ਹੈ। ਬਟ ਕੁਕੀ ਲੋਕਾਂ ਦੇ ਇਸ ਦੇ ਬਾਰੇ ਇਹ ਕਹਿਣਾ ਕਿ ਇਹ ਸਿਰਫ ਇੱਕ ਬਹਾਨਾ ਹੈ ਉਹਨਾਂ ਨੂੰ ਪਹਾੜਾਂ ਦੇ ਵਿੱਚੋਂ ਕੱਢਣ ਲਈ। ਦੂਸਰਾ ਇਲਜ਼ਾਮ ਕੁਕੀ ਕਬੀਲੇ ਦੇ ਲੋਕਾਂ ਦੇ ਉੱਤੇ ਇਹ ਲੱਗਦਾ ਹੈ ਕਿ ਕੁਕੀ ਕਬੀਲੇ ਦੇ ਲੋਕ ਕਲਚਰਲ ਤੇ ਐਥਨਿਕ ਟਾਈਜ਼ ਹੋਣ ਦੇ ਕਾਰਨ ਮਿਆਂਮਾਰ ਤੋਂ ਜਿਹੜੇ ਇਲੀਗਲ ਇਮੀਗ੍ਰੈਂਟਸ ਨੇ ਇੰਡੀਆ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਪਹਾੜਾਂ ਦੇ ਵਿੱਚ ਸ਼ਰਨ ਦਿੰਦੇ ਨੇ ਤੇ ਮਤਈ ਕਬੀਲੇ ਦੇ ਲੋਕ ਆਪਣੇ ਕਲਚਰ ਤੇ ਵਿਰਸੇ ਦੇ ਖਿਲਾਫ ਇਸ ਨੂੰ ਇੱਕ ਸਾਜ਼ਿਸ਼ ਮੰਨਦੇ ਨੇ। ਤੇ ਹੁਣ ਵੀਡੀਓ ਦੇ ਅੰਤ ਵੱਲ ਵਧਦੇ ਹੋਏ ਆਪਾਂ ਇਸ ਗੱਲ ਦੇ ਸੋਲੂਸ਼ਨ ਬਾਰੇ ਸੋਚੀਏ ਤਾਂ ਇਹਦੇ 2 ਸੋਲੂਸ਼ਨ ਨੇ। ਇੱਕ ਸੋਲੂਸ਼ਨ ਤਾਂ ਬਹੁਤ ਸੌਖਾ ਹੈ, ਸਰਕਾਰ ਕੁਕੀ ਲੋਕਾਂ ਦੀ ਡਿਵੈਲਪਮੈਂਟ ਦੇ ਲਈ ਇੱਕ ਡੈਡੀਕੇਟਡ ਫੰਡ ਬਣਾਵੇ ਜਿਹੜਾ ਕੁਕੀ ਲੋਕਾਂ ਦੇ ਉੱਤੇ ਹੀ ਵਰਤਿਆ ਜਾਵੇ। ਤੇ ਦੂਸਰਾ, ਕੁਕੀ ਲੋਕਾਂ ਦੀ ਇੱਕ ਨਜਾਇਜ਼ ਡਿਮਾਂਡ ਹੈ, ਉਹ ਕਹਿੰਦੇ ਨੇ ਕਿ ਸਾਡੇ ਲਈ ਮਣੀਪੁਰ ਦੇ ਵਿੱਚੋਂ ਵੱਖਰੀ ਇੱਕ ਕੁਕੀ ਲੈਂਡ ਬਣਾਈ ਜਾਵੇ, ਬਟ ਮਣੀਪੁਰ ਦੇ ਜਿਹੜੇ ਇੰਡੀਜਨਸ ਲੋਕ ਨੇ, ਮਤਈ ਕਬੀਲੇ ਦੇ ਲੋਕ ਨੇ, ਉਹ ਕਹਿੰਦੇ ਨੇ ਕਿ ਇਹ ਸਾਡੀ ਜ਼ਮੀਨ ਹੈ, ਇਹਨੂੰ ਅਸੀਂ ਕਿਸੇ ਵੀ ਹਾਲਾਤ ਦੇ ਵਿੱਚ ਵੰਡਣ ਨਹੀਂ ਦੇਵਾਂਗੇ।
ਸੋ ਇੱਥੇ ਹੀ ਇਹ ਸਾਡੀ ਵੀਡੀਓ ਹੁੰਦੀ ਹੈ ਖਤਮ, ਤੇ ਅਗਲੀ ਵੀਡੀਓ ਦੇ ਨਾਲ ਫੇਰ ਮਿਲਾਂਗੇ। ਉਦੋਂ ਤੱਕ ਰੱਬ ਰਾਖਾ।